ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਲਗਾਤਾਰ ਦੇਖੀਏ ਤਾਂ ਸਰਕਾਰ ਬਦਲਦੇ ਹੀ ਬਹੁਤ ਸਾਰੀਆਂ ਚੀਜ਼ਾਂ ਬਦਲਣ ਲੱਗ ਗਈਆਂ ਗੇ। ਹੁਣੀ ਆਰਡਰ ਵੀ ਆ ਗਏ ਕਿ ਆਖਰ ਜਿੰਨੀ ਸਿਕਿਉਰਿਟੀ ਮੰਤਰੀ ਵਿਧਾਇਕਾਂ ਦੇ ਕੋਲ ਸੀ ਉਹ ਵੀ ਸਾਰੀ ਵਿਡਰਾਅ ਕਰ ਲਈ ਜਾਵੇ ਤੇ ਚਿੱਠੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਸਿਕਿਉਰਿਟੀ ਜ਼ਾਹਿਰ ਜੀ ਗੱਲ ਹੈ ਕਿ ਵਾਪਸ ਹੋਣੀ ਸ਼ੁਰੂ ਹੋ ਜੂ। ਖੜੇ ਐਕਸ ਸੀਐਮ ਜੇ ਕਹੀਏ ਕਿ ਚਰਨਜੀਤ ਚੰਨੀ ਹੋਰਾਂ ਦੇ ਘਰ ਦੇ ਅੱਗੇ, ਹਾਲਾਂਕਿ ਕਾਰਜਕਾਰੀ ਤੌਰ ਤੇ ਹਜੇ ਉਹਨਾਂ ਨੂੰ ਰੱਖਿਆ ਹੋਇਆ ਕਿਉਂਕਿ ਜਦੋਂ ਤੱਕ ਭਗਵੰਤ ਮਾਨ ਸਹੁੰ ਨਹੀਂ ਚੁੱਕ ਲਾਉਂਦੇ। ਖੈਰ ਉਹ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਦਾਅਵਾ ਹੀ ਪੇਸ਼ ਕਰਤਾ ਤਾਂ ਤੁਸੀਂ ਆਸੇ ਪਾਸੇ ਦਾ ਮਾਹੌਲ ਦੇਖ ਲਓ। ਇਹ ਫੈਂਸਿੰਗ ਉਦੋਂ ਲਾਈ ਗਈ ਸੀ ਜਦੋਂ ਲੋਕ ਬਹੁਤ ਵੱਡੀ ਗਿਣਤੀ 'ਚ ਆਉਣ ਲੱਗ ਗਏ ਸੀਗੇ। ਫੈਂਸਿੰਗ ਕਰਾਈ ਗਈ, ਆਸੇ ਪਾਸੇ ਦੇ ਪੂਰਾ ਪਾਰਕ ਹੈ ਜਿਹੜਾ ਉਹਨੂੰ ਕਵਰ ਕੀਤਾ ਗਿਆ। ਸਾਹਮਣੇ ਵਾਲੇ ਪਾਸੇ ਵੀ ਹੁਣ ਦੇਖੋ ਸਿਕਿਉਰਿਟੀ ਲਗਾਤਾਰ ਰਹਿਣ ਲੱਗ ਗਈ। ਸਿਕਿਉਰਿਟੀ ਵਾਸਤੇ ਥੋੜ੍ਹੀ ਜਿਹੀ ਦਿੱਕਤ ਉਦੋਂ ਇਹ ਵੱਧ ਗਈ ਸੀ ਕਿ ਹਰੇਕ ਲੀਡਰ ਜਾਂ ਸਿਆਸਤਦਾਨ ਦੀ ਜਦੋਂ ਗੱਲ ਕਰਦੇ ਆ ਤਾਂ ਉਦੋਂ ਹੁੰਦਾ ਇਹ ਹੈ ਕਿ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਅਮੂਮਨ ਤੌਰ 'ਤੇ ਆਮ ਲੋਕ ਜਿਵੇਂ ਕਹਿੰਦੇ ਹੁੰਦੇ ਨੇ ਕਿ ਕਈ ਚੀਜ਼ਾਂ ਨੂੰ ਸ਼ੁਭ ਮੰਨਦੇ ਨੇ ਜਾਂ ਅਸ਼ੁਭ ਮੰਨਦੇ ਨੇ, ਤਾਂ ਇਸ ਚੀਜ਼ਾਂ ਨੂੰ ਦੇਖਦੇ ਹੋਏ ਇਹ ਚੀਜ਼ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਜਦੋਂ ਅਲੱਗ-ਅਲੱਗ ਸਿਆਸੀ ਲੀਡਰਾਂ ਕੋਲ ਜਾਂਦੇ ਆ। ਖੈਰ ਚੰਨੀ ਹੋਰਾਂ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਕੋਲ ਜਦੋਂ ਕੈਬਨਿਟ ਮੰਤਰੀ ਬਣਦੇ ਨੇ ਤਾਂ ਇਹ ਕੋਠੀ ਆ ਜਿਹੜੀ, ਕਿਉਂਕਿ ਇਹ ਕੋਠੀਆਂ ਜਿਹੜੀਆਂ ਨੇ ਕਿ ਦਿੱਤੀਆਂ ਜਾਂਦੀਆਂ ਨੇ ਕੈਬਨਿਟ ਮੰਤਰੀਆਂ ਨੂੰ। ਇਹ ਚਰਨਜੀਤ ਚੰਨੀ ਦੀ ਕੋਠੀ ਨਾਲ ਮਨਪ੍ਰੀਤ ਬਾਦਲ ਦੀ ਕੋਠੀ, ਉਦੋਂ ਅੱਗੇ ਐਡਵੋਕੇਟ ਜਨਰਲ ਦੀ ਕੋਠੀ। ਐਡਵੋਕੇਟ ਜਨਰਲ ਵਾਲੀ ਕੋਠੀ ਹਾਲਾਂਕਿ ਲਾਸਟ ਟਾਈਮ ਦੇ ਵਿੱਚ ਸੁਖਜਿੰਦਰ ਰੰਧਾਵਾ ਕੋਲ ਸੀਗੀ। ਹੁਣ ਸੁੰਨ ਸਨਾਟਾ ਤਾਂ ਤੁਸੀਂ ਦੇਖ ਹੀ ਲਿਆ ਕਿਵੇਂ ਕੌਮ ਪੈਂਦੇ ਨੇ ਕਿ ਆਖਰ ਸੁਰੱਖਿਆ ਕਰਮੀ ਖੜੇ ਨੇ, ਇੱਕ ਦੋ ਖੜੇ ਨੇ ਅੱਗੇ। ਜਿਵੇਂ ਹੁਣ ਅਸੀਂ ਇੱਥੇ ਖੜੇ ਹਾਂ ਤਾਂ ਉਹ ਵੀ ਬਹੁਤ ਜੇ ਕਿਹਾ ਜਾਵੇ ਰਿਸਟ੍ਰਿਕਟਡ ਮੌਕਿਆਂ ਦੇ ਉੱਤੇ ਖੜੇ ਹੁੰਦੇ ਸੀਗੇ, ਬਾਕੀ ਨਹੀਂ ਖੜਨ ਨਹੀਂ ਕਿਸੇ ਨੂੰ ਦਿੱਤਾ ਜਾਂਦਾ ਹੁੰਦਾ ਸੀ। ਪਰ ਹੁਣ ਥੋੜ੍ਹੀ ਜਿਹੀ ਸਿਕਿਉਰਿਟੀ ਰਹਿ ਗਈ ਆ, ਬਾਕੀ ਸਿਕਿਉਰਿਟੀ ਹਟ ਗਈ ਆ ਤੇ ਨਾਲ ਹੀ ਸਮਾਨ ਥੱਲਾ ਵੀ ਚੱਕਣਾ ਸ਼ੁਰੂ ਹੋ ਗਿਆ। ਹੁਣ ਇੱਕ ਛੋਟਾ ਜਿਹਾ ਟੈਂਪੋ ਅੰਦਰ ਗਿਆ ਸੀਗਾ ਸਮਾਨ, ਕਿਉਂਕਿ ਅਮੂਮਨ ਤੌਰ ਤੇ ਸਰਕਾਰੀ ਕੋਠੀਆਂ ਦੇ ਵਿੱਚ ਸਰਕਾਰੀ ਹੁੰਦਾ, ਪਰ ਦੂਜੇ ਪਾਸੇ ਦੇਖਿਆ ਜਾਵੇ ਕਈ ਨਿੱਜੀ ਸਮਾਨ, ਕਿਉਂਕਿ ਵਰਤੋਂ ਜਾਇਜ਼ ਹਰੇਕ ਬੰਦੇ ਦੀ ਹੁੰਦੀ ਹੈ। ਜਿਵੇਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਜਿਉਂਦੇ ਆ ਤਾਂ ਆਪਦਾ ਥੋੜਾ ਸਮਾਨ ਜਿਹੜਾ ਲੈ ਜਾਂਦੇ ਦੂਜੇ ਪਾਸੇ ਚੱਕ ਕੇ, ਜਿਹੜਾ ਰੋਜ਼ਮर्रा 'ਚ ਕੰਮ ਆਉਂਦਾ, ਤਾਂ ਉਹ ਵੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਪਲੇਟ ਹਜੇ ਲੱਗੀ ਹੋਈ ਆ ਮੁੱਖ ਮੰਤਰੀ ਪੰਜਾਬ ਦੀ। ਇਹ ਉਦੋਂ ਲੱਗੀ ਸੀਗੀ ਜਦੋਂ ਕੈਬਨਿਟ ਮੰਤਰੀ ਤੋਂ ਬਾਅਦ, ਹਾਲਾਂਕਿ ਇੱਕ ਲੰਬਾ ਬੋਰਡ ਲੱਗਿਆ ਹੁੰਦਾ ਸੀ, ਉਹ ਤਾਂ ਹਟਾ ਲਿਆ ਗਿਆ ਹੈ। ਪਰ ਇਹ ਕੋਠੀ ਚਰਨਜੀਤ ਚੰਨੀ ਹੋਰਾਂ ਨੇ ਨਹੀਂ ਛੱਡੀ ਤੀ। ਇਹ ਕੋਠੀਆਂ ਦੀ ਵੀ ਤੁਹਾਨੂੰ ਦੱਸਾਂਗੇ ਬੜੀ ਇੱਕ ਖਾਸ ਇੰਟਰਸਟਿੰਗ ਗੱਲ ਹੈ ਕਿ ਜਦੋਂ ਜੇ ਪੁਰਾਣੇ ਜਿਹੜੇ ਮੁੱਖ ਮੰਤਰੀਆਂ ਦੀ ਵੀ ਗੱਲ ਕਰੀਏ ਤਾਂ ਜਦੋਂ ਮੁੱਖ ਮੰਤਰੀ ਬਣਦਾ ਤਾਂ ਆਪਦੇ ਹਿਸਾਬ ਦੇ ਨਾਲ ਹਰੇਕ ਬੰਦਾ ਥੋੜ੍ਹੀ ਬਹੁਤੀ ਚੇਂਜਿੰਗ ਕਰਾਉਂਦਾ। ਖੈਰ ਸਰਕਾਰੀ ਖਜ਼ਾਨੇ 'ਚੋਂ ਪੈਸਾ ਲੱਗਦਾ, ਕਈ ਵਾਰ ਆਮ ਲੋਕ ਉਹ ਬਦਲਾਵਾਂ ਨੂੰ ਆ ਜਿਹੜਾ ਕਿ ਬੇਫਾਲਤੂ ਵੀ ਮੰਨਦੇ ਨੇਗੇ। ਪਰ ਨਾਲੋਂ ਨਾਲ ਦੇਖਿਆ ਜਾਵੇ ਤਾਂ ਕੋਠੀਆਂ ਦੇ ਵਿੱਚ ਹੁਣ ਇਹ ਕੋਠੀ ਆ ਜਿਹੜੀ, ਇਹਦੇ ਪਿੱਛੇ ਜੇ ਤੁਸੀਂ ਦੇਖੀਏ ਤਾਂ ਬੀਬੀ ਰਜਿੰਦਰ ਕੌਰ ਭੱਠਲ ਜਦੋਂ ਮੁੱਖ ਮੰਤਰੀ ਬਣੇ ਸੀਗੇ ਕੁਝ ਸਮੇਂ ਦੇ ਲਈ, ਉਹਨਾਂ ਕੋਲ ਵੀ ਇੱਕ ਕੋਠੀ ਸੀ, ਉਹ ਲਗਾਤਾਰ ਚੱਲਦੀ ਆਈ। ਹਾਲਾਂਕਿ ਜੇ ਦੇਖਿਆ ਜਾਵੇ ਚੇਅਰਮੈਨ ਇਸ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਲਾਇਆ, ਫਿਰ ਕੋਠੀ ਦੇ ਬਕਾਏ ਨੂੰ ਲੈ ਕੇ ਵੀ ਕਾਫੀ ਗੱਲਾਂ ਚੱਲਦੀਆਂ ਰਹੀਆਂ, ਉਹਨੂੰ ਵੀ ਸੈਟਲ ਕੀਤਾ ਗਿਆ ਹੌਲੀ ਹੌਲੀ। ਤਾਂ ਹੁਣ ਇੱਕ ਛੋਟਾ ਜਿਹਾ ਟੈਂਪੂ ਵੀ ਸਮਾਨ ਲੈਣ ਵਾਸਤੇ ਚਰਨਜੀਤ ਚੰਨੀ ਦਾ ਇਹ ਕਹੀਏ ਕਿ ਘਰੋਂ ਆਇਆ ਹੋਇਆ, ਜਿਹੜਾ ਕਿ ਸਮਾਨ ਉਹ ਚੱਕ ਰਹੇ ਨੇ ਕਿ ਆਖਰ ਖਾਲੀ ਕਰਨੀਆਂ ਸ਼ੁਰੂ ਕਰਤੀਆਂ ਨੇ। ਖੈਰ ਹੈਗੀ ਤਾਂ ਇਹ ਨੋਰਮਲ ਪ੍ਰਕਿਰਿਆ, ਪਰ ਇਹ ਖਾਸ ਉਦੋਂ ਹੋ ਜਾਂਦੀ ਹੈ ਕਿ ਜਦੋਂ ਇੱਕ ਬੰਦਾ ਸੀਐਮ ਤੋਂ ਬਿਲਕੁਲ ਆਮ, ਖੈਰ ਚੰਨੀ ਤਾਂ ਵਿਧਾਇਕ ਵੀ ਨਹੀਂ ਰਹੇ, ਕਿ ਆਮ ਬੰਦੇ ਦੀ ਇੱਕ ਸ਼੍ਰੇਣੀ ਦੇ ਵਿੱਚ ਆ ਜਾਂਦਾ, ਫਿਰ ਐਕਸ ਲੱਗਣਾ ਸ਼ੁਰੂ ਹੋ ਜਾਂਦਾ। ਕਿੱਥੇ ਮੌਜੂਦਾ ਹੁੰਦਾ, ਕਿੱਥੇ ਫਿਰ ਐਕਸ ਲੱਗਣਾ ਸ਼ੁਰੂ ਹੋ ਜਾਂਦਾ। ਇਹੀ ਚੀਜ਼ ਦੇ ਨਾਲ ਜੇ ਦੇਖੀਏ, ਇਹਦੇ ਨਾਲ ਤੁਹਾਨੂੰ ਇੱਕ ਰਸਤਾ ਵੀ ਦਿਖਾ ਦਿੰਦੇ ਹਾਂ, ਕਿਉਂਕਿ ਇਹ ਰਸਤਾ ਉਸ ਸਮੇਂ ਖੋਲ੍ਹਿਆ ਗਿਆ ਸੀ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਨੇ। ਠੀਕ ਦੂਜੇ ਪਾਸੇ ਨੂੰ ਜੇ ਜਾਈਏ ਤਾਂ ਦੂਜਾ ਪਾਸਾ ਜਿਹੜਾ ਹੈਗਾ, ਜਿਵੇਂ ਹੁਣ ਕੈਮਰਾਮੈਨ ਫਿਰਦਾ, ਖੈਰ ਉਦੋਂ ਐ ਨਹੀਂ ਸੀਗਾ ਫਿਰਨ ਦਿੱਤਾ ਜਾਂਦਾ ਹੁੰਦਾ, ਅੱਗੇ ਟੱਪਣ ਵੀ ਨਹੀਂ ਸੀ ਦਿੰਦੇ ਦੂਜੇ ਪਾਸੇ ਨੂੰ। ਪਰ ਹੁਣ ਕਿਉਂਕਿ ਪੋਜੀਸ਼ਨਾਂ ਉਹ ਨਹੀਂ ਰਹੀਆਂ ਹੈਗੀਆਂ, ਹਾਲਾਂਕਿ ਹਜੇ ਸੀਐਮ ਨੇ ਵੀ ਆ ਕੇ ਸਰਕਾਰੀ ਕੋਠੀ ਨਹੀਂ ਸਾਂਭੀ ਹੈਗੀ, ਤਾਂ ਦੂਜੇ ਪਾਸੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਡਿਪਟੀ ਸੀਐਮ ਓਪੀ ਸੋਨੀ ਦੀ ਕੋਠੀ ਸੀ। ਫਿਰ ਜਦੋਂ ਸੀਐਮ ਹਾਊਸ ਜਾਣਾ ਹੁੰਦਾ ਸੀਗਾ ਤਾਂ ਇੱਥੋਂ ਤੱਕ ਜਿਹੜਾ ਕਾਫਲਾ ਹੈਗਾ ਉਹ ਇਹੀ ਰਸਤੇ ਜਾਂਦੇ ਹੋਏ, ਕਿਉਂਕਿ ਸੀਐਮ ਪ੍ਰੋਟੋਕੋਲ ਸੀਗਾ, ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੂੰ ਕਾਫੀ ਧਿਆਨ ਰੱਖਣਾ ਪੈਂਦਾ ਇਹ ਚੀਜ਼ਾਂ ਦੇ ਵਿੱਚ, ਕਿੱਥੋਂ ਦੀ ਕੋਈ ਜਾਊਗਾ ਕਰੂਗਾ। ਤਾਂ ਇਸ ਰਸਤੇ ਵਿੱਚ ਦੀ ਜਿਹੜਾ ਕਾਫਲਾ ਹੈਗਾ ਸੀਐਮ ਚੰਨੀ ਦਾ ਲੰਘਦਾ ਹੁੰਦਾ ਸੀਗਾ ਮੋਸਟਲੀ ਤੌਰ ਤੇ, ਫਿਰ ਉਹ ਸੀਐਮ ਕੋਠੀ ਵਿੱਚ ਦੀ ਹੁੰਦਾ ਸਿੱਧਾ ਹੈਲੀਪੈਡ ਨੂੰ ਹੋ ਜਾਂਦਾ ਸੀ। ਪਰ ਹੁਣ ਹੌਲੀ ਹੌਲੀ ਸਥਿਤੀਆਂ ਬਦਲਣ ਲੱਗੀਆਂ ਨੇ। ਹੁਣ ਦੇਖਿਆ ਜਾਵੇ ਤਾਂ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਹੁਣ ਮੈਕਸੀਮਮ ਕੋਠੀਆਂ ਖਾਲੀ ਹੋ ਚੁੱਕੀਆਂ ਨੇ, ਸੁੰਨੀਆਂ ਹੋ ਚੁੱਕੀਆਂ। ਹੌਲੀ ਹੌਲੀ ਦੀ ਕਹਾਣੀ ਤੁਹਾਨੂੰ ਮੈਂ ਸੁਣਾ ਰਿਹਾ ਵੀ ਇਹ ਕੋਠੀਆਂ ਤੁਸੀਂ ਦੇਖੋ ਕਿ ਕੋਈ ਬੰਦੇ ਕਿਸ ਚੀਜ਼ਾਂ ਨੂੰ ਮੰਗਦੇ ਨੇ ਤਾਂ ਉਹ ਕੋਠੀਆਂ ਦੇ ਜਿਹੜੀਆਂ ਛੱਡਦੇ ਲੀਡਰ, ਉਹਨਾਂ ਨੂੰ ਹੁੰਦਾ ਵੀ ਇਹ ਕੋਠੀ ਦੇ ਨਾਲ ਉਹਨਾਂ ਦੇ ਭਾਗ ਜੁੜੇ ਨੇ, ਤਾਂ ਉਹ ਕੋਠੀਆਂ ਹੌਲੀ ਹੌਲੀ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ। ਗੇਟ ਖੁੱਲ੍ਹੇ ਨੇਗੇ ਤਾਂ ਤੁਸੀਂ ਦੇਖੋ ਹੁਣ ਇੱਕ ਆਹ ਟੈਂਪੂ ਹੈ ਜਿਹੜਾ ਇਹ ਜਾਂਦਾ ਹੋਇਆ ਦਿਖ ਰਿਹਾ, ਕਿਉਂਕਿ ਜਿਹੜਾ ਸਮਾਨ ਜਿਸ ਤਰ੍ਹਾਂ ਦਾ ਨਾਲ ਥੋੜ੍ਹਾ ਇਕੱਠਾ ਹੁੰਦਾ। ਹਾਲਾਂਕਿ ਚਰਨਜੀਤ ਸਿੰਘ ਚੰਨੀ ਦੀ ਪਲੇਟ ਦੇ ਨਾਲ ਮੁੱਖ ਮੰਤਰੀ ਪੰਜਾਬ ਅੱਜ ਵੀ ਲੱਗਿਆ ਹੋਇਆ ਹੈ, ਹੋ ਗਏ ਹੌਲੀ ਹੌਲੀ ਹੁਣ ਐਕਸ ਹੋ ਜਾਊਗਾ। ਪਰ ਜਿੰਨਾ ਕੁ ਵੀ ਸਮਾਨ ਜੇ ਸੱਲਾ ਕਹੀਏ ਕਿ ਹੌਲੀ ਹੌਲੀ ਜਿਹੜਾ ਕਿ ਸ਼ਿਫਟ ਹੁੰਦਾ ਨਜ਼ਰ ਆ ਰਿਹਾ, ਤੇ ਨਾਲ ਸਮਾਨ ਦੀਆਂ ਚੀਜ਼ਾਂ ਨੇ ਜਿਹੜੀਆਂ ਪੂਰੀਆਂ ਕਵਰ ਕਰਕੇ ਲਿਜਾਇਆ ਜਾ ਰਿਹਾ ਹੈਗਾ। ਇਹਦੇ ਵਿੱਚ ਜੇ ਤੁਸੀਂ ਦੇਖੋਗੇ ਬਾਕੀ ਜਿਹੜਾ ਸਟਾਫ ਦਾ ਸਮਾਨ ਸੀਗਾ ਵਿੱਚ ਲਾ ਲਓ ਮੰਜੇ ਬਿਸਤਰੇ, ਹੋਰ ਇਹੋ ਜਿਹੀਆਂ ਚੀਜ਼ਾਂ ਜਾ ਰਹੀਆਂ ਨੇ। ਰਜਿੰਦਰ ਕੌਰ ਭੱਠਲ ਦੇ ਕੋਲ ਅੱਜ ਵੀ ਉਹ ਕੋਠੀ ਹੈਗੀ ਆ, ਹਾਲਾਂਕਿ ਉਹ ਚੇਅਰਮੈਨ ਵੀ ਉਹਨਾਂ ਨੂੰ ਲਾਤਾ ਸੀ, ਰੈਂਕ ਦੇਤਾ ਸੀਗਾ। ਫਿਰ ਹੁਣ ਮੁੱਖ ਮੰਤਰੀ ਵਾਲੀ ਕੋਠੀ ਉਹ ਵੀ ਛੋਟੂ, ਵਿਧਾਇਕ ਵਾਲੀ ਵੀ ਜੇ ਕਿਹਾ ਜਾਵੇ ਨਹੀਂ ਹੁਣ ਸ਼੍ਰੇਣੀ ਰਹੀ।
ਆਰਡਰ ਵੀ ਆ ਗਏ ਕਿ ਸਾਰਿਆਂ ਦੀ ਸਿਕਿਉਰਿਟੀਆਂ ਵਿਡਰਾਅ ਕਰ ਲਓ। ਆਰਡਰਾਂ ਦੀ ਕਾਪੀ ਸਾਰੇ ਕਿਤੇ ਜਾ ਚੁੱਕੀ ਹੈ ਵੀ ਸਾਰੀ ਸਿਕਿਉਰਿਟੀ ਵਾਪਸ ਲਾ ਲਓ। ਕਿਸੇ ਕੋਲ 13 ਸੀ, ਕਿਸੇ ਕੋਲ 18 ਸੀ, ਕਿਸੇ ਕੋਲ 19 ਸੀ। ਤਾਂ ਉਹਦੇ ਨਾਲ ਹੀ ਹੁਣ ਦੇਖਿਆ ਜਾਵੇ ਤਾਂ ਇਹ ਜਿਹੜੇ ਰਸਤੇ ਨੇ ਉਹ ਵੀ ਹੌਲੀ ਹੌਲੀ ਬਦਲਦੇ ਹੋਏ ਬਦਲਦੇ ਹੋਏ ਦਿਖਾਈ ਦਿੰਦੇ ਨੇ। ਖੈਰ ਬਹੁਤ ਸਰਕਾਰਾਂ ਜੇ ਕਹੀਏ ਕਿ ਬਦਲੀਆਂ, ਪਹਿਲਾਂ ਅਕਾਲੀ ਦਲ ਦੀ ਵੀ ਸਰਕਾਰ ਰਹੀ ਤਾਂ ਬੀਬੀ ਰਜਿੰਦਰ ਕੌਰ ਭੱਠਲ ਵਾਲੀ ਕੋਠੀ ਬਰਕਰਾਰ ਰਹੀ। ਵਿਵਾਦ ਕਈ ਵਾਰੀ ਉੱਠਦੇ ਰਹੇ, ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਹੁਣ ਉਹ ਕੋਠੀ ਖਾਲੀ ਹੋਊਗੀ ਕਿਉਂਕਿ ਇਸ ਵਾਰ ਜੇ ਦੇਖਿਆ ਜਾਵੇ ਸਰਕਾਰਾਂ ਪੁਰਾਣੀਆਂ ਪਾਰਟੀਆਂ ਤੋਂ ਹਟ ਕੇ ਆਮ ਆਦਮੀ ਪਾਰਟੀ ਦੀ ਆਈ ਆ। ਉਹ ਕਹਿੰਦੇ ਨੇ ਅਸੀਂ ਉਹ ਸਾਰੀਆਂ ਚੀਜ਼ਾਂ ਬਦਲ ਦਾਂਗੇ ਜਿਹੜੀ ਪੁਰਾਣੀ ਪਾਰਟੀਆਂ ਕਰਦੀਆਂ ਰਹੀਆਂ ਨੇ, ਕਿਉਂਕਿ ਲੋਕਾਂ ਨੂੰ ਉਹ ਚੀਜ਼ਾਂ ਪਸੰਦ ਨਹੀਂ ਆਈਆਂ। ਤਾਂ ਕਿ ਕੋਠੀ ਉਹ ਵੀ ਖਾਲੀ ਹੋਊਗੀ ਤੇ ਦੂਜੇ ਪਾਸੇ ਆਪਦੀਆਂ ਆਹ ਜਿਹੜੀਆਂ ਕੋਠੀਆਂ ਰਹਿائشਾਂ ਸੀਆਂ, ਚਰਨਜੀਤ ਚੰਨੀ ਜਾਂ ਬਾਕੀ ਲੀਡਰ ਸਾਹਿਬਾਨ ਲਾ ਲਓ, ਮਨਪ੍ਰੀਤ ਬਾਦਲ ਦੀ ਲਾ ਲਓ, ਹਜੇ ਕੋਠੀ ਤੇ ਉਹਨਾਂ ਦੇ ਨੇਮ ਪਲੇਟ ਲੱਗੀ ਹੋਈ ਆ ਤੇ ਟਾਵਾਂ ਕਿਸੇ ਦਾ ਆਉਣਾ ਜਾਣਾ ਵੀ ਹੈਗਾ। ਤਾਂ ਉਹ ਚੀਜ਼ਾਂ ਕੀ ਖਤਮ ਹੋਣਗੀਆਂ? ਹੁਣ ਤੁਹਾਨੂੰ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਵੀ ਦਿਖਾਵਾਂਗੇ, ਉਦੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਦਿਖਾ ਦਿੰਦੇ ਆ। ਉਹ ਕੋਠੀ ਦੇ ਵਿੱਚੋਂ ਹਾਲਾਂਕਿ ਸਮਾਨ ਹੌਲੀ ਹੌਲੀ ਪਹਿਲਾਂ ਹੀ ਸ਼ਿਫਟ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ ਤੇ ਉਹ ਬਦਲਣਾ ਸ਼ੁਰੂ ਹੋ ਚੁੱਕਿਆ ਹੈ। ਹਾਲਾਂਕਿ ਖਜ਼ਾਨੇ ਖਾਲੀ ਦੀ ਗੱਲਾਂ ਮਨਪ੍ਰੀਤ ਬਾਦਲ ਕਹਿੰਦੇ ਹੁੰਦੇ ਸੀਗੇ। ਖੈਰ ਇਸ ਵਾਰ ਜੇ ਦੇਖਿਆ ਜਾਵੇ ਵੋਟਾਂ ਦਾ ਖਜ਼ਾਨਾ ਉਹਨਾਂ ਦਾ ਵੀ ਖਾਲੀ ਰਹਿ ਗਿਆ ਤੇ ਨਾਲ ਨਹੀਂ ਜਿੱਤ ਪਾਏ। ਤੇ ਨੇਮ ਪਲੇਟ ਹਾਲਾਂਕਿ ਹਜੇ ਵੀ ਲੱਗੀ ਹੋਈ ਆ, ਸਮਾਨ ਥੋੜਾ ਪਹਿਲਾਂ ਸ਼ਿਫਟ ਹੋ ਚੁੱਕਿਆ ਕਿਉਂਕਿ ਜ਼ਿਆਦਾ ਚੋਰ ਦੀਆਂ ਚੀਜ਼ਾਂ ਸੀ ਜਿਹੜੀਆਂ ਉਹ ਹੌਲੀ ਹੌਲੀ ਜਿਵੇਂ ਤੁਹਾਨੂੰ ਦੱਸਿਆ, ਕਿਉਂਕਿ ਮਨਪ੍ਰੀਤ ਬਾਦਲ ਦੀ ਆਪਦੀ ਕੋਠੀ ਵੀ ਜੇ ਕਹੀਏ ਪਿੱਛੇ ਹੈਗੀ ਆ ਤਾਂ ਉਹਦੇ ਕਰਕੇ ਉਹਨਾਂ ਨੇ ਕੋਈ ਜ਼ਿਆਦਾ, ਕਿਉਂਕਿ ਮਨਪ੍ਰੀਤ ਬਾਦਲ ਜਾਨੀ ਬੜੇ ਸਾਦੇ ਅੰਦਾਜ਼ ਲਈ ਜਾਣੇ ਜਾਂਦੇ ਸੀ ਤਾਂ ਸਾਦਾ ਅੰਦਾਜ਼ ਹੀ ਉਹਨਾਂ ਦਾ ਰਿਹਾ। ਉਹਨਾਂ ਨੇ ਕੋਈ ਜ਼ਿਆਦਾ ਸਮਾਨ ਵਗੈਰਾ ਸ਼ਿਫਟ ਨਹੀਂ ਸੀਗਾ ਕੀਤਾ ਤੇ ਇਹ ਸਿਰਫ ਉਹਨਾਂ ਦੀ ਜੇ ਕਿਹਾ ਜਾਵੇ ਜਦੋਂ ਦਫ਼ਤਰੀ ਕੰਮਕਾਜ ਕਰਦੇ ਸੀ ਉਦੋਂ ਆਪ ਹੀ ਕਦੇ ਪੈਦਲ ਤੁਰ ਕੇ ਜਾਂ ਫਿਰ ਕਦੇ ਜੀਪ ਲੈ ਕੇ ਇੱਥੇ ਆ ਜਾਂਦੇ ਸੀਗੇ। ਤਾਂ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਵਾਂਗੇ ਬੀਬੀ ਰਜਿੰਦਰ ਕੌਰ ਭੱਠਲ ਦੀ ਵੀ ਕੋਠੀ, ਜਿਹੜੀ ਉਸ ਕੋਠੀ ਨੂੰ ਲੈ ਕੇ ਹਾਲਾਂਕਿ ਕਈ ਵਾਰੀ ਗੱਲਾਂ ਬਾਤਾਂ ਵਾਦ ਵਿਵਾਦ ਰਹੇ ਨੇ। ਤਾਂ ਉਸ ਕੋਠੀ ਦੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਕੋਠੀਆਂ ਦੀ ਕਹਾਣੀ 'ਚ ਜਿਵੇਂ ਤੁਹਾਨੂੰ ਦੱਸਿਆ ਕਿ ਚਰਨਜੀਤ ਚੰਨੀ ਨੇ ਆਪਦੀ ਕੈਬਨਿਟ ਮੰਤਰੀ ਵਾਲੀ ਨਹੀਂ ਸੀ ਛੱਡੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਕਈ ਚੀਜ਼ਾਂ ਸ਼ੁਭ ਹੁੰਦੀਆਂ ਨੇਗੀਆਂ ਜਾਂ ਫਿਰ ਵੈਸੇ ਵੀ ਕਈ ਵਾਰ ਬੰਦੇ ਦੀ ਜਦੋਂ ਐਡਜਸਟਮੈਂਟ ਉੱਥੇ ਹੁੰਦੀ ਆ ਤਾਂ ਉਹ ਚੀਜ਼ ਹੌਲੀ ਹੌਲੀ ਨਹੀਂ ਬੰਦਾ ਬਦਲਣਾ ਚਾਹੁੰਦਾ ਹੁੰਦਾ। ਤੇ ਇਹ ਆ ਕੋਠੀ ਨੰਬਰ 8 ਜਿਹੜੀ ਕਿ ਚਰਚਾ ਲਗਾਤਾਰ ਕਰ ਰਹੇ ਸੀ, ਤੁਹਾਨੂੰ ਦਿਖਾ ਰਹੇ ਸੀਗੇ ਉਦੋਂ ਬਾਕੀ ਚਰਨਜੀਤ ਚੰਨੀ ਦੀ ਕੋਠੀ, ਮਨਪ੍ਰੀਤ ਬਾਦਲ ਦੀ। ਤਾਂ ਉਦੋਂ ਬਾਅਦ ਇਹ ਆ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ। ਜਦੋਂ ਚੀਫ ਮਿਨਿਸਟਰ ਬੀਬੀ ਰਜਿੰਦਰ ਕੌਰ ਭੱਠਲ ਬਣਦੇ ਨੇ ਤਾਂ ਉਦੋਂ ਇਹ ਕੋਠੀ ਦੇ ਵਿੱਚ ਸੀਗੇ ਉਹ, ਤੇ ਨਾਲ ਹੀ ਉਦੋਂ ਤੋਂ ਬਾਅਦ ਐਕਸ ਚੀਫ ਮਿਨਿਸਟਰ ਵੀ ਲੱਗ ਗਿਆ, ਪਰ ਇਹ ਕੋਠੀ ਲਗਾਤਾਰ ਉਹਨਾਂ ਕੋਲ ਬਰਕਰਾਰ ਰਹੀ। ਕੋਠੀ ਨੂੰ ਲੈ ਕੇ ਚਾਹੇ ਕੋਠੀ ਦੇ ਬਕਾਏ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹੋਏ ਦਿਖੇ। ਹਾਲਾਂਕਿ ਬੀਬੀ ਰਜਿੰਦਰ ਕੌਰ ਭੱਠਲ ਕੋਲ ਇਹ ਕੋਠੀ ਲਗਾਤਾਰ ਬਣੀ ਰਹੀ। ਹੁਣ ਤੋਂ ਕੁਝ ਦਿਨ ਪਹਿਲਾਂ ਵੀ ਅਸੀਂ ਇੱਕ ਇੰਟਰਵਿਊ ਕਰਨ ਬੀਬੀ ਰਜਿੰਦਰ ਕੌਰ ਭੱਠਲ ਕੋਲ ਆਉਂਦੇ ਹਾਂ ਤਾਂ ਇੱਥੇ ਉਹ ਮਿਲਦੇ ਨੇ, ਇੱਥੇ ਲਗਾਤਾਰ ਉਹ ਰਹਿੰਦੇ ਰਹੇ ਨੇਗੇ। ਤੇ ਕੋਠੀ ਜੇ ਕਿਹਾ ਜਾਵੇ, ਜੇ ਉਹ ਕਹਿ ਲਓ ਆਮ ਲੋਕਾਂ ਦੇ ਮਾਇਨੇ 'ਚ, ਤਾਂ ਉਹਨਾਂ ਨੇ ਕੋਠੀ ਛੱਡੀ ਨਹੀਂ, ਜਾਂ ਕਹੀਏ ਕਿ ਕੋਠੀ ਉਹਨਾਂ ਦੇ ਕੋਲ ਹੀ ਰਹੀ। ਅੱਗੇ ਤੋਂ ਅੱਗੇ ਅਲੋਟਮੈਂਟ ਕਿਸ ਤਰ੍ਹਾਂ ਦੇ ਨਾਲ ਹੁੰਦੀ ਰਹੀ। ਤੇ ਨਾਲ ਹੀ ਦੇਖਿਆ ਜਾਵੇ ਤਾਂ ਹਾਲਾਂਕਿ ਮੌਜੂਦਾ ਸਰਕਾਰ ਦੇ ਵਿੱਚ ਉਹ ਜਿੱਤੇ ਹੋਏ ਤਾਂ ਨਹੀਂ ਸੀ ਵਿਧਾਇਕ, ਪਰ ਉਹਨਾਂ ਨੂੰ ਫਿਰ ਵੀ ਇੱਕ ਚੇਅਰਪਰਸਨ ਦਾ ਅਹੁਦਾ ਦੇ ਕੇ ਹੈ ਜਿਹੜਾ ਉਹਨਾਂ ਨੂੰ ਨਵਾਜਿਆ ਗਿਆ ਸੀਗਾ। ਕਿਉਂਕਿ ਸਿਆਸਤ ਦੇ ਵਿੱਚ ਕਈ ਵਾਰ ਚੀਜ਼ਾਂ ਇਹ ਹੁੰਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨਾਲ 13 ਦਾ ਅੰਕੜਾ ਬੀਬੀ ਰਜਿੰਦਰ ਕੌਰ ਭੱਠਲ ਦਾ ਪਹਿਲੇ ਦਿਨੋਂ ਚੱਲਦਾ ਰਿਹਾ, ਕਈ ਵਾਰੀ ਨੇੜੇ ਵੀ ਦਿਖਾਈ ਦਿੱਤੇ ਪਰ ਅੰਕੜਾ ਲਗਾਤਾਰ ਚੱਲਦਾ ਰਿਹਾ। ਪਰ ਇਹ ਕੋਠੀ ਹਾਲਾਂਕਿ ਉਹਨਾਂ ਕੋਲ ਨਹੀਂ ਖੁੱਸੀ, ਪਰ ਹੁਣ ਸੱਤਾ ਪਰਿਵਰਤਨ ਹੋਇਆ। ਸਿਆਸਤ ਆਮ ਆਦਮੀ ਪਾਰਟੀ ਦੀ ਕਿਸੇ ਨੇ ਹਜੇ ਦੇਖੀ ਨਹੀਂ, ਕਾਂਗਰਸ ਅਤੇ ਅਕਾਲੀ ਦਲ ਦੀ ਜ਼ਰੂਰ ਦੇਖੀ ਆ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਗੱਲ ਕਰ ਰਹੇ ਹਾਂ, ਭਾਵੇਂ ਦਿੱਲੀ 'ਚ ਦੇਖ ਚੁੱਕੇ ਨੇ, ਪਰ ਹੁਣ ਇਹ ਸਿਆਸਤ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਕੋਠੀਆਂ ਕਿੰਨੀਆਂ ਕੁ ਬਰਕਰਾਰ ਰਹਿਣਗੀਆਂ ਤਾਂ ਉਹ ਦੇਖਣਾ ਹੋਊ। ਤੇ ਬੀਬੀ ਰਜਿੰਦਰ ਕੌਰ ਭੱਠਲ ਵਾਲੀ ਕੋਠੀ ਕੀ ਇਸ ਵਾਰੀ ਖੁੱਸਦੀ ਹੋਈ ਦਿਖਾਈ ਦੇਊਗੀ, ਸਵਾਲ ਹੈ। ਪਰ ਨਾਲੋਂ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਜਿਵੇਂ ਸਾਰੀ ਸਿਕਿਉਰਿਟੀਆਂ ਵਿਡਰਾਅ ਕਰਨ ਦੇ ਆਰਡਰ ਆਏ ਨੇਗੇ, ਕਿਸੇ ਕੋਲ 1 ਸੀ, ਕਿਸੇ ਕੋਲ 2, ਕਿਸੇ ਕੋਲ 14 ਤੇ ਕਿਸੇ ਕੋਲ 13, ਤਾਂ ਉਹ ਵੀ ਨਜ਼ਰੀਆ ਹੁਣ ਆਉਂਦੇ ਦਿਨਾਂ ਦੇ ਵਿੱਚ ਬਦਲਦਾ ਦਿਖਾਈ ਦੇ ਰਿਹਾ ਹੈ। ਤੇ ਆਮ ਆਦਮੀ ਪਾਰਟੀ ਨੇ ਸਪਸ਼ਟ ਤੌਰ ਤੇ ਕਿਹਾ VIP ਕਲਚਰ ਨਹੀਂ ਰੱਖਾਂਗੇ ਤੇ ਨਾਲ ਹੀ ਲੋਕਾਂ ਦੇ ਨਾਲ ਚੰਗਾ ਵਤੀਰਾ, ਚੰਗਾ ਮਾਹੌਲ ਪੈਦਾ ਕਰਕੇ ਚੰਗਾ ਪ੍ਰਸ਼ਾਸਨਿਕ ਸਿਸਟਮ ਅਸੀਂ ਦੇਵਾਂਗੇ, ਉਹ ਵਾਅਦਾ ਜ਼ਰੂਰ ਕਰਿਆ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹ ਕੋਠੀ ਵੀ ਕੀ ਹਜੇ ਵੀ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੂਗੀ, ਜਾਂ ਫਿਰ ਉਰੇ ਹੁਣ ਮੰਤਰੀ ਸੰਤਰੀ ਬਦਲਦੇ ਹੋਏ ਦਿਖਾਈ ਦੇਣਗੇ, ਜਿਵੇਂ ਕਿ ਸੱਤਾ ਪਰਿਵਰਤਨ ਹੋ ਚੁੱਕਿਆ ਹੈ। ਕਈ ਸੱਤਾਵਾਂ ਪਰਿਵਰਤਨ ਤੋਂ ਬਾਅਦ ਇਹ ਕੋਠੀ ਨਹੀਂ ਸੀਗੀ ਬਦਲੀ, ਇਸ ਕਰਕੇ ਇਸ ਕੋਠੀ ਦੀ ਵੀ ਗੱਲ ਕੀਤੀ ਆ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਰਾਜ ਸਮੇਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।